ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ ਤੇ ਮੈਂ ਹਾਂ ਸੁਰਭੀ ਸ਼ਰਮਾ। ਖਬਰਾਂ ਦੇ ਇਸ ਬੁਲੇਟਿਨ 'ਚ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਅਤੇ ਵੇਚਣ ਲਈ ਸਕਰੀਨ ਤੇ ਦਿੱਤੇ ਨੰਬਰਾਂ ਰਾਹੀਂ ਇਹਨਾਂ ਨੂੰ ਸੰਪਰਕ ਕਰੋ। ਪੇਸ਼ ਹਨ ਅੱਜ ਦੀਆਂ ਕੁਝ ਚੋਣਵੀਆਂ ਖਬਰਾਂ। FY 2023 ਦੇ ਪਹਿਲੇ ਅੱਧ ਲਈ H2B ਵੀਜ਼ਾ ਲਈ ਅਰਜ਼ੀਆਂ ਦਾ ਟੀਚਾ ਹੋਇਆ ਪੂਰਾ। ਅਮਰੀਕਾ ਨੇ ਤਾਲਿਬਾਨ ਤੇ ਲਗਾਈਆਂ ਨਵੀਆਂ ਵੀਜ਼ਾ ਪਾਬੰਦੀਆਂ। ਅੰਡਾਨੀ ਗਰੁੱਪ ਨੇ FPO ਲਿਆ ਵਾਪਸ। FPO 'ਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਨੂੰ ਵਾਪਸ ਕੀਤੇ ਜਾਣਗੇ ਪੈਸੇ। ਅਗਨੀਵੀਰ ਭਰਤੀ ਪ੍ਰੀਖਿਆ 'ਚ ਨੌਜਵਾਨਾਂ ਨੇ ਲਗਾਏ ਹੇਰਾਫੇਰੀ ਦੇ ਦੋਸ਼। ਭਰਤੀ ਦਫ਼ਤਰ 'ਚ ਦਰਜ ਕਰਵਾਈ ਸ਼ਿਕਾਇਤ। ਭਾਜਪਾ ਨੇ ਮੇਘਾਲਿਆ ਦੇ 60, ਨਾਗਾਲੈਂਡ ਦੇ 20 ਉਮੀਦਵਾਰ ਕੀਤੇ ਐਲਾਨ। ਰਾਜੌਰੀ 'ਚ ਲਸ਼ਕਰ ਦੇ ਮੋਡਿਊਲ ਦਾ ਪਰਦਾਫਾਸ਼। ਸਰਗਨਾ ਸਮੇਤ 3 ਗ੍ਰਿਫਤਾਰ। CM ਮਾਨ ਨੇ ਹਰੀ ਝੰਡੀ ਦੇ ਕੇ ਬੇਗਮਪੁਰਾ ਐਕਸਪ੍ਰੈਸ ਵਿਸ਼ੇਸ਼ ਰੇਲ ਨੂੰ ਕਾਸ਼ੀ ਲਈ ਕੀਤਾ ਰਵਾਨਾ। ਉਮੜਿਆ ਸੰਗਤ ਦਾ ਸੈਲਾਬ। ਹੁਣ ਖਬਰਾਂ ਵਿਸਥਾਰ ਦੇ ਨਾਲ। ਅਮਰੀਕਾ ਨੂੰ ਵਿੱਤੀ ਸਾਲ FY 2023 ਦੀ ਪਹਿਲੀ ਛਿਮਾਈ ਲਈ ਵਾਪਸ ਆਉਣ ਵਾਲੇ ਕਾਮਿਆਂ ਲਈ ਉਪਲਬਧ ਕਰਵਾਏ ਗਏ ਵਾਧੂ 18,216 H2B ਵੀਜ਼ਿਆਂ ਦੀ ਸੀਮਾ ਤੱਕ ਪਹੁੰਚਣ ਲਈ ਲੋੜੀਂਦੀ ਗਿਣਤੀ ਵਿੱਚ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਮੀਗ੍ਰੇਸ਼ਨ ਸੇਵਾਵਾਂ ਨੇ ਇਹ ਜਾਣਕਾਰੀ ਦਿੱਤੀ। US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸ ਨੇ ਦਸੰਬਰ ਦੇ ਵਿੱਚ 15 ਸਤੰਬਰ 2023 ਤੋਂ ਪਹਿਲਾ ਵਿੱਤੀ ਸਾਲ ਦੇ ਕੁਝ ਸਮੇਂ ਤੇ ਵਾਧੂ ਕਰਮਚਾਰੀਆਂ ਦੀ ਪਟੀਸ਼ਨ ਕਰਨ ਦੀ ਮੰਗ ਕਰਨ ਵਾਲੇ ਮਾਲਕਾਂ ਲਈ H2B ਪੂਰਕ ਕੈਪ ਅਸਥਾਈ ਅੰਤਮ ਨਿਯਮ ਦੀ ਘੋਸ਼ਣਾ ਕੀਤੀ ਸੀ। ਇਸ ਨਿਯਮ ਦੇ ਤਹਿਤ USCIS ਨੇ H2B ਪਟੀਸ਼ਨਾਂ ਨੂੰ FY 2023 ਲਈ 64,716 ਵਾਧੂ H2B ਗੈਰ ਪ੍ਰਵਾਸੀ ਵੀਜ਼ਾ ਤੱਕ ਵਧਾ ਕੇ ਸਵੀਕਾਰ ਕਰਨਾ ਸ਼ੁਰੂ ਕੀਤਾ। 64,716 ਵਾਧੂ ਵੀਜ਼ੇ ਵਿੱਚੋਂ 74,716 ਸਿਰਫ ਵਾਪਸ ਆਉਣ ਵਾਲੇ ਕਾਮਿਆਂ ਲਈ ਉਪਲਬਧ ਸਨ। ਬਾਕੀ ਰਹਿੰਦੇ 20,000 ਵੀਜ਼ੇ ਹੈਤੀ, ਅਲ ਸਲਵਾਡੋਰ, ਗੁਆਟੇਮਾਲਾ ਅਤੇ ਹੋਂਡੂਰਸ ਦੇ ਨਾਗਰਿਕਾਂ ਲਈ ਰੱਖੇ ਗਏ ਹਨ, ਜਿਨ੍ਹਾਂ ਨੂੰ ਵਾਪਸ ਆਉਣ ਵਾਲੇ ਕਾਮਿਆਂ ਦੀ ਲੋੜ ਤੋਂ ਛੋਟ ਦਿੱਤੀ ਗਈ ਹੈ। USCIS ਨੇ ਕਿਹਾ ਕਿ ਉਹ ਹੈਤੀ, ਅਲ ਸਲਵਾਡੋਰ, ਗੁਆਟੇਮਾਲਾ ਅਤੇ ਹੋਂਡੂਰਾਸ ਦੇ ਨਾਗਰਿਕਾਂ ਲਈ ਅਲਾਟ ਕੀਤੇ ਗਏ ਵਾਧੂ 20,000 ਵੀਜ਼ਿਆਂ ਲਈ H2B ਗੈਰ ਪ੍ਰਵਾਸੀ ਕਾਮਿਆਂ ਦੀਆਂ ਪਟੀਸ਼ਨਾਂ ਨੂੰ ਸਵੀਕਾਰ ਕਰਨਾ ਜਾਰੀ ਰੱਖੇਗਾ। ਅਮਰੀਕਾ ਨੇ ਅਫਗਾਨਿਸਤਾਨ ਵਿੱਚ ਸ਼ਾਸਨ ਕਰ ਰਹੇ ਤਾਲਿਬਾਨ ਵੱਲੋਂ ਔਰਤਾਂ ਤੇ ਯੂਨੀਵਰਸਿਟੀਆਂ ਵਿੱਚ ਜਾਣ ਅਤੇ ਗੈਰ ਸਰਕਾਰੀ ਸੰਗਠਨਾਂ ਨਾਲ ਕੰਮ ਕਰਨ ਤੇ ਪਾਬੰਦੀ ਲਗਾਉਣ ਕਾਰਨ ਸੰਗਠਨ ਦੇ ਮੈਂਬਰਾਂ ਤੇ ਨਵੀਆਂ ਵੀਜ਼ਾ ਪਾਬੰਦੀਆਂ ਲਗਾ ਦਿੱਤੀਆਂ ਹਨ। ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਵੀਰਵਾਰ ਨੂੰ ਇੱਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਮੈਂ ਅਫਗਾਨਿਸਤਾਨ 'ਚ ਔਰਤਾਂ ਅਤੇ ਕੁੜੀਆਂ ਤੇ ਜ਼ੁਲਮ ਲਈ ਜ਼ਿੰਮੇਵਾਰ ਤਾਲਿਬਾਨ ਦੇ ਮੌਜੂਦਾ ਅਤੇ ਸਾਬਕਾ ਮੈਂਬਰਾਂ, ਗੈਰ ਸਰਕਾਰੀ ਸੁਰੱਖਿਆ ਸਮੂਹਾਂ ਦੇ ਮੈਂਬਰਾਂ ਅਤੇ ਹੋਰ ਵਿਅਕਤੀਆਂ ਨੂੰ ਨਵੇਂ ਵੀਜ਼ੇ ਜਾਰੀ ਕਰਨ ਤੇ ਪਾਬੰਦੀ ਲਗਾਉਣ ਲਈ ਕਾਰਵਾਈ ਕਰ ਰਿਹਾ ਹਾਂ। ਬਲਿੰਕਨ ਨੇ ਕਿਹਾ ਕਿ ਤਾਲਿਬਾਨ ਨੇ ਆਪਣੇ ਦੇਸ਼ ਵਿੱਚ ਔਰਤਾਂ ਨੂੰ ਯੂਨੀਵਰਸਿਟੀਆਂ ਵਿੱਚ ਜਾਣ ਅਤੇ ਗੈਰ ਸਰਕਾਰੀ ਸੰਗਠਨਾਂ ਨਾਲ ਕੰਮ ਕਰਨ ਤੇ ਪਾਬੰਦੀ ਲਗਾ ਦਿੱਤੀ ਹੈ। ਉਸ ਦੇ ਇਸ ਹਿੰਸਕ ਰਵੱਈਏ ਦੇ ਮੱਦੇਨਜ਼ਰ ਉਹਨਾਂ ਨੂੰ ਨਵਾਂ ਵੀਜ਼ਾ ਦੇਣ ਤੇ ਰੋਕ ਲਗਾ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਵੀਜ਼ਾ ਪਾਬੰਦੀ ਤੋਂ ਪ੍ਰਭਾਵਿਤ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਵੀ ਵੀਜ਼ਾ ਨੀਤੀ ਤਹਿਤ ਆ ਸਕਦੇ ਹਨ। ਅੰਡਾਨੀ ਗਰੁੱਪ ਨੇ ਅੰਡਾਨੀ ਐਂਟਰਪ੍ਰਾਈਜ਼ਸ ਦੇ ਫਾਲੋ ਆਨ ਪਬਲਿਕ ਆਫਰ ਨੂੰ ਰੱਦ ਕਰਕੇ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਇਸ ਸੰਬੰਧੀ ਅੰਡਾਨੀ ਗਰੁੱਪ ਨੇ ਇੱਕ ਪ੍ਰੈਸ ਬਿਆਨ ਜਾਰੀ ਕੀਤਾ, ਜਿਸ ਵਿੱਚ ਅੰਡਾਨੀ ਗਰੁੱਪ ਨੇ ਦੱਸਿਆ ਕਿ ਉਹ ਅੰਡਾਨੀ ਐਂਟਰਪ੍ਰਾਈਜ਼ਸ ਦਾ FPO ਰੱਦ ਕਰ ਰਹੇ ਹਨ। ਬਿਆਨ ਵਿੱਚ ਇਹ ਵੀ ਕਿਹਾ ਹੈ ਕਿ FPO ਵਿੱਚ ਨਿਵੇਸ਼ ਕੀਤਾ ਪੈਸਾ ਨਿਵੇਸ਼ਕਾਂ ਨੂੰ ਸਮੇਂ ਸਿਰ ਵਾਪਸ ਕਰ ਦਿੱਤਾ ਜਾਵੇਗਾ। ਅੰਡਾਨੀ ਐਂਟਰਪ੍ਰਾਈਜ਼ਸ ਨੇ ਆਪਣੀ ਪ੍ਰੈਸ ਰਿਲੀਜ਼ ਵਿੱਚ 20,000 ਕਰੋੜ ਰੁਪਏ ਦੇ ਆਪਣੇ FPO ਨੂੰ ਵਾਪਸ ਲੈਣ ਦੀ ਗੱਲ ਕਹੀ ਹੈ। ਜ਼ਿਕਰਯੋਗ ਹੈ ਕਿ 27 ਜਨਵਰੀ 2023 ਨੂੰ ਅੰਡਾਨੀ ਐਂਟਰਪ੍ਰਾਈਜ਼ਸ ਨੇ 20,000 ਕਰੋੜ ਜੁਟਾਉਣ ਲਈ FPO ਜਾਰੀ ਕੀਤਾ ਸੀ, ਜਿਸ ਨੂੰ 1 ਫਰਵਰੀ 2023 ਨੂੰ ਕੰਪਨੀ ਨੇ ਆਪਣੇ ਬੋਰਡ ਆਫ ਡਾਇਰੈਕਟਰਸ ਦੀ ਮੀਟਿੰਗ ਵਿੱਚ ਵਾਪਸ ਲੈਣ ਦਾ ਫੈਸਲਾ ਕੀਤਾ ਹੈ।
ਅਗਨੀਵੀਰ ਭਰਤੀ ਦੇ ਪਹਿਲੇ ਪੜਾਅ 'ਚ ਹੀ ਸਵਾਲ ਖੜੇ ਹੋ ਗਏ ਹਨ। ਭਰਤੀ ਪ੍ਰੀਖਿਆ 'ਚ ਸ਼ਾਮਲ ਨੌਜਵਾਨਾਂ ਨੇ ਭਾਰਤੀ ਪ੍ਰਕਿਰਿਆ 'ਚ ਹੇਰਾਫੇਰੀ ਦੇ ਦੋਸ਼ ਲਗਾਉਂਦੇ ਹੋਏ ਰੋਸ ਜ਼ਾਹਿਰ ਕੀਤਾ। ਨਤੀਜੇ ਆਉਣ ਤੋਂ ਬਾਅਦ ਭਰਤੀ ਦੇ ਨਤੀਜਿਆਂ 'ਚ ਕੈਟਾਗਰੀ ਵਾਈਜ਼ ਬਣਾਈ ਮੈਰਿਟ ਤੇ ਨੌਜਵਾਨਾਂ ਨੇ ਸਵਾਲ ਚੁੱਕੇ। 4 ਜ਼ਿਲ੍ਹਿਆਂ ਦੇ ਨੌਜਵਾਨ ਇਕੱਠੇ ਹੋਏ ਅਤੇ ਭਰਤੀ ਦਫ਼ਤਰ ਪਹੁੰਚ ਕੇ ਆਪਣੀ ਸ਼ਿਕਾਇਤ ਦਰਜ ਕਰਵਾਈ। ਉੱਥੇ ਹੀ ਨੌਜਵਾਨਾਂ ਨੇ ਮਿਨੀ ਸਕੱਤਰੇਤ ਪਹੁੰਚ ਕੇ ਭਰਤੀ ਨਾਲ ਸੰਬੰਧੀ ਸੂਚਨਾ ਮੰਗੀ ਅਤੇ ਗੁੱਸਾ ਜ਼ਾਹਿਰ ਕਰਦੇ ਹੋਏ ਕੋਰਟ 'ਚ ਕੇਸ ਦਰਜ ਕਰਨ ਦਾ ਫੈਸਲਾ ਲਿਆ। ਜ਼ਿਕਰਯੋਗ ਹੈ ਕਿ 15 ਜਨਵਰੀ ਨੂੰ ਅਗਨੀਵੀਰ ਲਿਪਿਕ ਭਰਤੀ ਦੀ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ ਸੀ, ਜਿਸ ਦੇ ਹਾਲ ਹੀ 'ਚ ਨਤੀਜੇ ਜਾਰੀ ਕੀਤੇ ਗਏ ਹਨ। ਭਰਤੀ ਪ੍ਰੀਖਿਆ ਦੇ ਨਤੀਜਿਆਂ 'ਚ ਚਰਖੀ ਦਾਦਰੀ ਭਰਤੀ ਦਫ਼ਤਰ ਅਧੀਨ ਆਉਣ ਵਾਲੇ ਜ਼ਿਲ੍ਹਾ ਚਰਖੀ ਦਾਦਰੀ, ਭਿਵਾਨੀ, ਮਹਿੰਦਰਗੜ੍ਹ ਅਤੇ ਰਿਵਾੜੀ ਦੇ ਨੌਜਵਾਨਾਂ 'ਚੋਂ ਸਭ ਤੋਂ ਜ਼ਿਆਦਾ ਨੌਜਵਾਨ ਪ੍ਰੀਖਿਆ ਨਤੀਜਿਆਂ 'ਚ ਹੇਰਾਫੇਰੀ ਦੇ ਦੋਸ਼ ਲਗਾ ਰਹੇ ਹਨ। ਭਾਰਤੀ ਜਨਤਾ ਪਾਰਟੀ ਨੇ ਮੇਘਾਲਿਆ ਅਤੇ ਨਾਗਾਲੈਂਡ ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ ਕੁੱਲ 80 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਅਤੇ ਭਾਜਪਾ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਦੀ ਪ੍ਰਧਾਨਗੀ 'ਚ ਹੋਈ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ 'ਚ ਇਨ੍ਹਾਂ ਨਾਵਾਂ ਨੂੰ ਮਨਜ਼ੂਰੀ ਦਿੱਤੀ ਗਈ। ਆਪਣੀਆਂ ਮੰਗਾਂ ਨੂੰ ਲੈ ਕੇ ਲੱਖਾਂ ਕਿਸਾਨ ਦਿੱਲੀ ਜਾਣਗੇ। 15 ਤੋਂ 22 ਫਰਵਰੀ ਨੂੰ ਕਿਸਾਨ ਦਿੱਲੀ ਨੂੰ ਰਹਿਣਗੇ। ਭਾਜਪਾ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਦੀ ਪ੍ਰਧਾਨਗੀ 'ਚ ਇਸ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ 'ਚ ਇਨ੍ਹਾਂ ਨਾਵਾਂ ਦੀ ਮਨਜ਼ੂਰੀ ਦਿੱਤੀ ਗਈ। ਭਾਜਪਾ ਨੇ ਮੇਘਾਲਿਆ ਦੀਆਂ ਸਾਰੀਆਂ 60 ਸੀਟਾਂ ਤੇ ਉਮੀਦਵਾਰ ਉਤਾਰੇ ਹਨ, ਜਦੋਂ ਕਿ ਨਾਗਾਲੈਂਡ ਵਿਧਾਨ ਸਭਾ ਦੀਆਂ 60 ਸੀਟਾਂ 'ਚੋਂ 20 ਸੀਟਾਂ ਤੇ ਉਮੀਦਵਾਰ ਐਲਾਨ ਕੀਤੇ ਹਨ। ਮੇਘਾਲਿਆ ਦੇ 60 ਉਮੀਦਵਾਰਾਂ 'ਚੋਂ 6 ਔਰਤਾਂ ਹਨ, ਜਦਕਿ ਨਾਗਾਲੈਂਡ ਦੇ 20 ਉਮੀਦਵਾਰਾਂ 'ਚੋਂ ਇੱਕ ਔਰਤ ਹੈ। ਨਾਗਾਲੈਂਡ ਦੇ ਪ੍ਰਦੇਸ਼ ਭਾਜਪਾ ਪ੍ਰਧਾਨ ਅਤੇ ਮੰਤਰੀ ਤੇਮਜੇਨ ਇਮਨਾ ਅਲਾਂਗ ਨੂੰ ਅਲਾਂਗ ਤਾਕੀ ਸੀਟ ਤੋਂ ਟਿਕਟ ਦਿੱਤੀ ਗਈ। ਮੇਘਾਲਿਆ ਭਾਜਪਾ ਨੇ ਪ੍ਰਧਾਨ ਅਨਰੇਸਟ ਮਾਵਰੀ ਨੂੰ ਪੱਛਮੀ ਸ਼ਿਲਾਂਗ ਤੋਂ ਉਮੀਦਵਾਰ ਬਣਾਇਆ ਗਿਆ ਹੈ। ਜੰਮੂ ਕਸ਼ਮੀਰ ਪੁਲਿਸ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਉਸਨੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦਾ ਇੱਕ ਮੋਡਿਊਲ ਦਾ ਪਰਦਾਫਾਸ਼ ਕਰਕੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਅਨੁਸਾਰ ਗ੍ਰਿਫਤਾਰ ਕੀਤੇ ਗਏ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ਤੇ ਵਿਸਫੋਟ ਕਰਨ ਅਤੇ ਸੁਰੱਖਿਆ ਫੋਰਸਾਂ ਦੇ ਵਾਹਨਾਂ ਨੂੰ ਨਿਸ਼ਾਨਾ ਬਣਾਉਣ ਦਾ ਕੰਮ ਸੌਂਪਿਆ ਗਿਆ ਸੀ। ਰਾਜੌਰੀ ਦੇ ਪੁਲਿਸ ਡਿਪਟੀ ਇੰਸਪੈਕਟਰ ਜਨਰਲ ਹਸੀਬ ਮੁਗਲ ਨੇ ਕਿਹਾ ਕਿ ਜ਼ਿਲ੍ਹੇ 'ਚ ਟਾਈਮਰ ਵਾਲੇ ਆਧੁਨਿਕ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਦੀ ਬਰਾਮਦਗੀ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੋਡਿਊਲ ਦਾ ਪਰਦਾਫਾਸ਼ ਹੋਇਆ। ਮੁਗਲ ਨੇ ਰਾਜੌਰੀ 'ਚ ਕਿਹਾ, ਭੀੜ ਵਾਲੀਆਂ ਜਨਤਕ ਥਾਵਾਂ ਤੇ ਵਿਸਫੋਟ ਕਰਨ ਅਤੇ ਸੁਰੱਖਿਆ ਫੋਰਸਾਂ ਦੇ ਵਾਹਨਾਂ ਅਤੇ ਕੰਪਲੈਕਸਾਂ ਨੂੰ ਨਿਸ਼ਾਨ ਬਣਾਉਣ ਲਈ ਸਰਹੱਦ ਪਾਰ ਤੋਂ IED ਦੀ ਤਸਕਰੀ ਕੀਤੀ ਗਈ ਸੀ। ਲਸ਼ਕਰ ਦੇ ਸਰਗਨਾ ਸਮੇਤ 3 ਲੋਕਾਂ ਦੀ ਗ੍ਰਿਫਤਾਰੀ ਤੇ ਅੱਤਵਾਦੀ ਸੰਚਾਲਕਾਂ ਦੀਆਂ ਨਾਪਾਕ ਯੋਜਨਾਵਾਂ ਨੂੰ ਕਾਮਯਾਬ ਹੋਣ ਤੋਂ ਰੋਕ ਦਿੱਤਾ ਹੈ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 646ਵੇਂ ਪ੍ਰਕਾਸ਼ ਦਿਹਾੜੇ ਸੰਬੰਧੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਜ਼ਾਰਾਂ ਸ਼ਰਧਾਲੂ ਜਲੰਧਰ ਤੋਂ ਕਾਸ਼ੀ ਲਈ ਰਵਾਨਾ ਹੋਏ। ਸਾਰੇ ਸ਼ਰਧਾਲੂ ਬੇਗਮਪੁਰਾ ਐਕਸਪ੍ਰੈਸ ਸਪੈਸ਼ਲ ਟ੍ਰੇਨ ਰਾਹੀਂ ਵਾਰਾਣਸੀ ਦੇ ਸ਼੍ਰੀ ਗੁਰੂ ਰਵਿਦਾਸ ਧਾਮ ਲਈ ਰਵਾਨਾ ਹੋਏ। ਬੇਗਮਪੁਰਾ ਐਕਸਪ੍ਰੈਸ ਸਪੈਸ਼ਲ ਟ੍ਰੇਨ ਨੂੰ ਜਲੰਧਰ ਸਿਟੀ ਸਟੇਸ਼ਨ ਤੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸਿਟੀ ਰੇਲਵੇ ਸਟੇਸ਼ਨ ਤੇ ਆਸਥਾ ਦਾ ਹੜ ਵੇਖਣ ਨੂੰ ਮਿਲਿਆ। ਰੇਲਵੇ ਸਟੇਸ਼ਨ ਤੇ ਸੰਗਤ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ ਅਤੇ ਹਰ ਪਾਸੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੈਕਾਰੇ ਗੂੰਜੇ। ਦੱਸਣਯੋਗ ਹੈ ਕਿ ਜਲੰਧਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਸ਼ਰਧਾਲੂ ਡੇਰਾ ਬੱਲਾ ਤੋਂ ਸ਼ੋਭਾ ਯਾਤਰਾ ਕਰਦੇ ਹੋਏ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਪਹੁੰਚੇ ਅਤੇ ਸ਼ਰਧਾਲੂਆਂ ਲਈ ਵੱਖ-ਵੱਖ ਸੰਸਥਾਵਾਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ। ਨਰਕਟਿਆਗੰਜ ਮੁਜ਼ੱਫਰਪੁਰ ਰੇਲਵੇ ਲਾਈਨ ਤੇ ਉਸ ਸਮੇਂ ਵੱਡਾ ਹਾਦਸਾ ਟਲ ਗਿਆ ਜਦੋਂ ਸੱਤਿਆਗ੍ਰਹਿ ਐਕਸਪ੍ਰੈਸ ਜਿਹੜੀ ਟ੍ਰੇਨ ਹੈ ਉਹ ਰੇਲਵੇ ਸਟੇਸ਼ਨ ਦੇ ਵਿਚਕਾਰ ਮਹੋਦੀਪੁਰ ਰੇਲ ਗੁਮੰਟੀ ਨੇੜੇ ਪਟੜੀ ਤੋਂ ਉਤਰ ਗਈ। ਕਈ ਬੋਗੀਆਂ ਪਿੱਛੇ ਰਹਿ ਗਈਆਂ। ਬੋਗੀਆਂ ਬਿਨਾਂ ਇੰਜਨ ਤੋਂ ਟਰੈਕ ਤੇ ਚੱਲਣ ਲੱਗੀਆਂ। ਹਾਲਾਂਕਿ ਜਦੋਂ ਡਰਾਈਵਰ ਨੂੰ ਇਸ ਬਾਰੇ ਪਤਾ ਲੱਗਾ ਤਾਂ 4 ਬੋਗੀਆਂ ਵਾਲਾ ਇੰਜਨ 100 ਮੀਟਰ ਹੀ ਅੱਗੇ ਵਧਿਆ ਸੀ।
ਡਰਾਈਵਰ ਨੇ ਐਮਰਜੈਂਸੀ ਬ੍ਰੇਕ ਲਗਾ ਕੇ ਇੰਜਨ ਸਮੇਤ 4 ਬੋਗੀਆਂ ਨੂੰ ਰੋਕ ਲਿਆ। ਇਸ ਤੋਂ ਬਾਅਦ ਸਾਰੀਆਂ ਬੋਗੀਆਂ ਨੂੰ ਦੁਬਾਰਾ ਜੋੜ ਕੇ ਟ੍ਰੇਨ ਦਾ ਸੰਚਾਲਨ ਸ਼ੁਰੂ ਕੀਤਾ ਗਿਆ। ਆਪਣੀਆਂ ਮੰਗਾਂ ਨੂੰ ਲੈ ਕੇ ਲੱਖਾਂ ਕਿਸਾਨ 15 ਤੋਂ 22 ਫਰਵਰੀ ਨੂੰ ਦਿੱਲੀ ਜਾਣਗੇ। ਭਾਰਤੀ ਕਿਸਾਨ ਯੂਨੀਅਨ ਲੁਧਿਆਣਾ ਲਖੋਵਾਲ ਦੇ ਦਫ਼ਤਰ ਵਿੱਚ SKM ਵੱਲੋਂ ਮੀਟਿੰਗ ਕੀਤੀ ਗਈ, ਜਿੱਥੇ ਕੇਂਦਰ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਲੈ ਕੇ ਉਮੀਦਾਂ ਪ੍ਰਗਟਾਈਆਂ ਗਈਆਂ। ਇਸ 'ਚ ਲਖੀਮਪੁਰ ਖੇੜੀ 'ਚ MSP ਬਿਜਲੀ ਸੋਧ ਬਿੱਲ, ਫਸਲ ਬੀਮਾ ਯੋਜਨਾ, ਕੇਂਦਰ ਸਰਕਾਰ ਦੇ ਸਾਰੇ ਮੁੱਦਿਆਂ ਤੇ ਜਿਸ ਵਿੱਚ ਕਿਸਾਨਾਂ ਨੇ MSP ਬਿਜਲੀ ਬਿੱਲਾਂ, ਲਖੀਮਪੁਰਾ ਖੇੜੀ ਫਸਲ ਬੀਮਾ ਯੋਜਨਾ ਨੂੰ ਲੈ ਕੇ 15 ਤੋਂ 22 ਫਰਵਰੀ ਤੱਕ ਦਿੱਲੀ ਵਿੱਚ ਅੰਦੋਲਨ ਸ਼ੁਰੂ ਕਰਨ ਦੀ ਗੱਲ ਕੀਤੀ ਅਤੇ ਕਿਹਾ ਕਿ ਰਾਮਲੀਲਾ ਮੈਦਾਨ 'ਚ ਜਾਂ ਜੰਤਰ ਮੰਤਰ ਵਿੱਚ ਸਰਕਾਰ ਜਗ੍ਹਾ ਦੇਣੀ ਚਾਹੀਦੀ ਹੈ ਤਾਂ ਜੋ ਉਹ ਸ਼ਾਂਤੀਮਈ ਤੌਰ ਦੇ ਨਾਲ ਉੱਥੇ ਰੋਸ ਪ੍ਰਦਰਸ਼ਨ ਕਰ ਸਕਣ। 15 ਤੋਂ 22 ਫਰਵਰੀ ਤੱਕ ਕਿਸਾਨ ਜਿਹੜੇ ਨੇ ਦਿੱਲੀ ਰਹਿਣਗੇ ਅਤੇ ਸਰਕਾਰ ਨੂੰ ਰਾਮਲੀਲਾ ਮੈਦਾਨ ਜਾਂ ਜੰਤਰ ਮੰਤਰ ਵਿਖੇ ਜਗ੍ਹਾ ਦੇਣ ਦੀ ਉਹ ਅਪੀਲ ਕਰ ਰਹੇ ਹਨ। ਇਸ ਤੋਂ ਇਲਾਵਾ ਕੇਂਦਰ ਦੇ ਸਰਕਾਰ ਤੇ ਉਹਨਾਂ ਨੇ ਪੇਸ਼ ਹੋਣ ਵਾਲੇ ਬਜਟ ਵਿੱਚ ਵੀ ਉਮੀਦ ਪ੍ਰਗਟਾਈ ਹੈ ਕਿ ਕਿਸਾਨਾਂ ਨੂੰ ਕੋਈ ਚੰਗੀ ਤਕਨੀਕ ਅਤੇ ਰਾਹਤ ਦਿੱਤੀ ਜਾਵੇ ਤਾਂ ਜੋ ਕਿਸਾਨ ਚੰਗੀਆਂ ਫਸਲਾਂ ਬੀਜ ਸਕਣ। ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਗੁਰਦਾਸਪੁਰ ਦੇ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਵਿਖੇ ਪੁੱਜੇ, ਜਿੱਥੇ ਉਹਨਾਂ ਵੱਲੋਂ ਸਰਹੱਦੀ ਪਿੰਡਾਂ ਦੇ ਵਸਨੀਕਾਂ ਅਤੇ ਮੁਹੱਤਵਰ ਵਿਅਕਤੀਆਂ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਗਿਆ। ਜਿਸ ਤੋਂ ਬਾਅਦ ਮੀਡੀਆ ਨਾਲ ਪ੍ਰੈਸ ਵਾਰਤਾ ਕਰਦੇ ਹੋਏ ਉਹਨਾਂ ਨੇ ਕਿਹਾ, ਪਾਕਿਸਤਾਨ ਭਾਰਤ ਦੇਸ਼ ਦੀਆਂ ਸਰਹੱਦਾਂ ਤੇ ਡਰੋਨਾਂ ਰਾਹੀਂ ਨਸ਼ੇ ਦੀ ਸਪਲਾਈ ਭੇਜ ਕੇ ਲਗਾਤਾਰ ਭਾਰਤ ਦੇ ਹਮਲਾ ਕਰ ਰਿਹਾ ਹੈ, ਜਿਸ ਤੋਂ ਬਚਣ ਦੀ ਸਾਨੂੰ ਸਭ ਨੂੰ ਬਹੁਤ ਜ਼ਰੂਰਤ ਹੈ। ਅਤੇ ਨਾਲ ਹੀ ਉਹਨਾਂ ਨੇ ਜਿੱਥੇ ਨਸ਼ਾ ਸਪਲਾਈ ਹੋ ਰਿਹਾ ਹੈ ਉੱਥੇ ਪਾਕਿਸਤਾਨ ਵੱਲੋਂ ਕੀਤੇ ਇਸ ਨਸ਼ੇ ਦੇ ਹਮਲੇ ਨੂੰ ਰੋਕਣ ਲਈ ਅਤੇ ਲੋਕਾਂ ਨੂੰ ਜਾਗਰੂਕ ਹੋਣ ਦੀ ਅਪੀਲ ਵੀ ਕੀਤੀ। ਜਿੱਥੇ ਰਾਜਪਾਲ ਨੇ ਪ੍ਰੈਸ ਵਾਰਤਾ ਦੌਰਾਨ ਚਿੰਤਾ ਜਤਾਈ ਕਿ ਲਗਾਤਾਰ ਭਾਰਤੀ ਸਰਹੱਦ ਦੇ ਉੱਪਰ ਡਰੋਨ ਦੇ ਕਾਰਨ ਲਗਾਤਾਰ ਨਸ਼ੇ ਦੀ ਸਪਲਾਈ ਦਾ ਹਮਲਾ ਕੀਤਾ ਜਾ ਰਿਹਾ ਹੈ, ਜੋ ਪਾਕਿਸਤਾਨ ਵੱਲੋਂ ਸਿੱਧਾ ਭਾਰਤ ਦੇਸ਼ ਉੱਪਰ ਹਮਲਾ ਹੈ। ਉੱਤੇ ਹੀ ਉਹਨਾਂ ਨੇ ਜੇਲ੍ਹਾਂ ਵਿੱਚੋਂ ਨਸ਼ੇ ਦੇ ਸਮਗਲਰਾਂ ਨਾਲ ਤਾਰ ਜੁੜਨ ਦੇ ਉੱਪਰ ਚਿੰਤਾ ਜਤਾਈ ਅਤੇ ਮੌਕੇ ਤੇ ਹੀ ਪੰਜਾਬ ਦੇ DGP ਨੂੰ ਇਸ ਉੱਪਰ ਸਖਤੀ ਨਾਲ ਕੰਮ ਕਰਨ ਨੂੰ ਕਿਹਾ। ਗੈਂਗਸਟਰ ਲਖਬੀਰ ਸਿੰਘ ਅਤੇ ਪੁਲਿਸ ਦੀ ਇੱਕ ਆਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਗੈਂਗਸਟਰ ਲਖਬੀਰ ਸਿੰਘ ਲੰਡਾ ਹਰੀਕੇ ਦੇ ਉਸਦੇ ਸਾਥੀ ਨੇ ਪੁਲਿਸ ਮੁਲਾਜ਼ਮ ਨੂੰ ਫੋਨ ਕਰਕੇ ਧਮਕੀ ਦਿੱਤੀ ਹੈ। SP ਵਿਸ਼ਾਲਜੀਤ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ, ਧਮਕੀ 'ਚ ਗੈਂਗਸਟਰ ਪੁਲਿਸ ਮੁਲਾਜ਼ਮ ਨੂੰ ਸਾਵਧਾਨ ਰਹਿਣ ਲਈ ਕਹਿ ਰਿਹਾ ਹੈ ਅਤੇ ਪੁਲਿਸ ਮੁਲਾਜ਼ਮ ਵੱਲੋਂ ਗ੍ਰਿਫਤਾਰ ਕੀਤੇ ਗਏ ਮੁੰਡਿਆਂ ਨੂੰ ਝੂਠੇ ਪਰਚੇ ਦੇ ਉੱਤੇ ਫੜਨ ਦੀ ਗੱਲ ਵੀ ਕਰ ਰਿਹਾ ਹੈ ਤੇ ਗੈਂਗਸਟਰ ਪੁਲਿਸ ਨੂੰ ਹਿਸਾਬ ਕਿਤਾਬ ਬਰਾਬਰ ਕਰਨ ਦੀ ਗੱਲ ਵੀ ਆਖ ਰਿਹਾ ਹੈ। ਇਸ ਦੇ ਨਾਲ ਹੀ ਪੁਲਿਸ ਮੁਲਾਜ਼ਮ ਨੇ ਵੀ ਗੈਂਗਸਟਰ ਨੂੰ ਤਰਨਤਾਰਨ ਵਿੱਚ ਅਜਿਹਾ ਕੁਝ ਨਾ ਅਤੇ ਤਰਨਤਾਰਨ ਨੂੰ ਛੱਡਣ ਦੀ ਅਪੀਲ ਵੀ ਕੀਤੀ। ਇੱਥੋਂ ਤੱਕ ਕਿ SSP ਨੇ ਵੀ ਉਹਨਾਂ ਨੇ ਕਿਹਾ ਕਿ ਇਸ ਵੀਡੀਓ ਆਡੀਓ ਦੇ ਅੰਦਰ ਕਈ ਆਏ ਹਨ ਤੇ ਕਈ ਚਲੇ ਗਏ ਹਨ। ਜੇਕਰ ਤੁਸੀਂ ਸਾਡੇ ਅਤੇ ਸਾਡੇ ਸਾਥੀਆਂ ਨਾਲ ਅਜਿਹਾ ਕਰੋਗੇ ਤਾਂ ਤੁਸੀਂ ਕਿਤੇ ਨਹੀਂ ਲੱਗ ਸਕਦੇ, ਫਿਰ ਅਸੀਂ ਪੁਲਿਸ ਵਾਲੇ ਨੂੰ ਦੇਖਾਂਗੇ। ਗੈਂਗਸਟਰ ਦੀ ਇਹੋ ਜਿਹੀ ਆਡੀਓ ਪੁਲਿਸ ਮੁਲਾਜ਼ਮ ਨਾਲ ਕੀਤੀ ਇਹ ਗੱਲਬਾਤ, ਧਮਕੀ ਜਿਹੜੀ ਹੈ ਉਸ ਦੀ ਆਡੀਓ ਵਾਇਰਲ ਹੋ ਰਹੀ ਹੈ, ਜਿਸ ਬਾਰੇ SP ਵਿਸ਼ਾਲਜੀਤ ਨੇ ਦੱਸਿਆ ਕਿ ਇਸ ਮਾਮਲੇ ਦੇ ਉੱਤੇ ਬਹੁਤ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਲੋਕਾਂ ਨੂੰ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਹਨ ਕਿ ਜੇਕਰ ਲੋਕਾਂ ਨੂੰ ਵੀ ਅਜਿਹੀਆਂ ਫਿਰੌਤੀ ਲਈ ਕਾਲ ਆਉਂਦੀਆਂ ਹਨ ਤੇ ਉਹ ਘਬਰਾਉਣ ਨਾ, ਤੁਰੰਤ ਪੁਲਿਸ ਨੂੰ ਸੂਚਿਤ ਕਰਨ, ਜਿਸ ਉੱਤੇ ਬਣਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏਗੀ। ਇਹ ਜਿਹੜਾ ਮਸਲਾ ਵਾ, ਜਿਹੜੀ ਆਡੀਓ ਵਾਇਰਲ ਹੋਈ ਹੈ, ਸਾਡੇ ਧਿਆਨ ਦੇ ਵਿੱਚ ਆਈ ਹੈ। ਇਸ ਚੀਜ਼ ਨੂੰ ਅਸੀਂ ਜਿਹੜਾ ਇਨਵੈਸਟੀਗੇਟ ਕਰਾਂਗੇ, ਇਨਵੈਸਟੀਗੇਟ ਕਰਕੇ ਜਿਹੜੀ ਚੀਜ਼ ਸਾਹਮਣੇ ਆਊਗੀ ਉਸ ਸਾਹਮਣੇ ਅਸੀਂ ਇਹਦੀ ਕਾਰਵਾਈ ਕਰਾਂਗੇ ਜੀ। ਜੇ ਲੋਕਾਂ ਨੂੰ ਕੁਝ ਧਮਕੀਆਂ ਆ ਗਈਆਂ ਤਾਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ? ਅਸੀਂ ਵੇਖੋ ਜੀ, ਇਹਦੇ ਵਿੱਚ ਪੁਲਿਸ ਪ੍ਰਸ਼ਾਸਨ ਬਹੁਤ ਮੁਸਤੈਦੀ ਨਾਲ ਕੰਮ ਕਰ ਰਿਹਾ ਹੈ। ਇਹ ਆਪਾਂ ਇਸ ਮਹੀਨੇ ਦੀ ਗੱਲ ਕਰੀਏ, ਆਪਾਂ ਤਕਰੀਬਨ 3 ਮੁਕੱਦਮੇ ਜਿਹੜੇ ਆ ਅਸੀਂ ਟਰੇਸ ਕੀਤੇ ਨੇ। ਟਰੇਸ ਕਰਕੇ ਜਿਹੜੇ ਆ ਉਹਦੇ ਵਿੱਚ ਜਿਹੜੇ ਦੋਸ਼ੀ ਗ੍ਰਿਫਤਾਰ ਕਰਕੇ ਅਸੀਂ ਜੇਲ੍ਹ 'ਚ ਭੇਜੇ ਨੇ। ਤੇ ਅਸੀਂ ਆਮ ਪਬਲਿਕ ਨੂੰ ਇਹੋ ਕਹਿਣਾ ਚਾਹਾਂਗੇ ਵੀ ਪੰਜਾਬ ਪੁਲਿਸ ਦੇ ਉੱਤੇ ਵਿਸ਼ਵਾਸ ਰੱਖੋ। ਇਹ ਜਿਹੜੀ ਆ ਅਸੀਂ ਕੋਈ ਵੀ ਜਿਹੜੀ ਇਹੋ ਜਿਹੀ ਕਾਲ ਆਉਂਦੀ ਆ, ਇਹ ਤੁਸੀਂ ਸਾਡੇ ਧਿਆਨ ਦੇ ਵਿੱਚ ਲਿਆਓ। ਜੋ ਵੀ ਉੱਤੇ ਬਣਦੀ ਕਾਰਵਾਈ ਆ ਉਹ ਸਾਡੇ ਵੱਲੋਂ ਕੀਤੀ ਜਾਵੇਗੀ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਨੂੰ ਦਿੱਤੀ ਇੱਕ ਹੋਰ ਗਾਰੰਟੀ ਨੂੰ ਪੂਰਾ ਕੀਤਾ ਜਾ ਰਿਹਾ ਹੈ। ਇਸ ਬਾਰੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਦੱਸਿਆ ਹੈ ਕਿ ਟ੍ਰੇਨਿੰਗ ਦੇ ਲਈ ਪ੍ਰਿੰਸੀਪਲਾਂ ਦੇ ਪਹਿਲੇ ਬੈਚ ਨੂੰ ਸਿੰਗਾਪੁਰ ਭੇਜਿਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਤਬਦੀਲੀਆਂ ਦੀ ਗਾਰੰਟੀ ਲੈ ਕੇ ਆਈ ਸੀ ਅਤੇ ਅਸੀਂ ਦਿਨ ਰਾਤ ਇੱਕ ਕਰਕੇ ਇਸ ਮਿਸ਼ਨ ਤੇ ਲੱਗੇ ਹੋਏ ਹਾਂ। ਇਸ ਮਿਸ਼ਨ ਤਹਿਤ ਸਭ ਤੋਂ ਪਹਿਲਾਂ ਅਧਿਆਪਕ ਮਾਪੇ ਮਿਲਣੀਆਂ ਸਕੂਲਾਂ 'ਚ ਕਰਵਾਈਆਂ ਗਈਆਂ ਤਾਂ ਜੋ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਵਿਚਕਾਰ ਆਪਸੀ ਤਾਲਮੇਲ ਬਣਿਆ ਰਹੇ ਅਤੇ ਦੂਰੀ ਘਟੇ।
ਗੈਂਗਸਟਰਾਂ ਨੂੰ ਕਾਬੂ ਕਰਨ ਲਈ ਪਟਿਆਲਾ ਪੁਲਿਸ ਵੱਲੋਂ ਇੱਕ ਸਪੈਸ਼ਲ ਮੁਹਿੰਮ ਚਲਾਈ ਗਈ, ਜਿਸ 'ਚ ਪਟਿਆਲਾ ਪੁਲਿਸ ਦੇ CIA ਸਟਾਫ ਵੱਲੋਂ ਮੁਠਭੇੜ ਦੌਰਾਨ ਗੈਂਗਸਟਰ SK ਖਰੋੜ ਦੇ ਨਜ਼ਦੀਕੀ ਸਾਥੀ ਤੋਂ 2 ਪਿਸਤੌਲ ਤੇ 32 ਬੋਰ ਸਮੇਤ ਜਿੰਦਾ ਰੋਦ ਬਰਾਮਦ ਹੋਏ। ਦੱਸ ਦਈਏ, ਮੁਠਭੇੜ ਦੌਰਾਨ ਗੈਂਗਸਟਰ ਪਵਨ ਨੂੰ ਘੇਰਨ ਦੇ ਲਈ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਸੀ, ਜਿਸ 'ਚ ਪਵਨ ਨੇ ਪੁਲਿਸ ਉੱਤੇ ਗੋਲੀ ਚਲਾ ਦਿੱਤੀ ਅਤੇ ਆਪਣੀ ਆਤਮ ਰੱਖਿਆ ਦੇ ਲਈ ਪੁਲਿਸ ਮੁਲਾਜ਼ਮ ਨੇ ਵੀ ਪਵਨ ਦੇ ਉੱਤੇ ਗੋਲੀ ਚਲਾ ਦਿੱਤੀ, ਜਿਸ ਚ ਪਵਨ ਦੇ ਪੈਰ ਤੇ ਗੋਲੀ ਲੱਗ ਗਈ ਅਤੇ ਉਹ ਜ਼ਖਮੀ ਹੋ ਗਿਆ। ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਮੁਤਾਬਿਕ SSP ਪਟਿਆਲਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਦੱਸ ਦਈਏ, ਜਿਸ 'ਚ ਉਹਨਾਂ ਨੇ ਕਿਹਾ ਕਿ ਦੋਸ਼ੀ ਦੇ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਜਿਹੜੇ ਦਰਜ ਹਨ। ਦੇਖੋ, ਮਾਨਯੋਗ DGP ਪੰਜਾਬ ਤੇ IGP ਪਟਿਆਲਾ ਰੇਂਜ ਦੀ ਜਿਹੜੀ ਗਾਈਡੈਂਸ ਹੈਗੀ ਹੈ ਕਿ ਪਟਿਆਲਾ ਪੁਲਿਸ ਲਗਾਤਾਰ ਕ੍ਰਿਮੀਨਲ ਅਤੇ ਗੈਂਗਸਟਰ ਜਿਹੜੇ ਆ ਉਹਨਾਂ ਖਿਲਾਫ ਕਾਰਗੁਜ਼ਾਰੀ ਕਰ ਰਹੀ ਹੈ। ਉਹਦੇ 'ਚ ਅੱਜ ਸਾਨੂੰ ਬਹੁਤ ਵੱਡੀ ਇੱਕ ਕਾਮਯਾਬੀ ਉਦੋਂ ਮਿਲੀ ਜਦੋਂ SPD ਹਰਬੀਰ ਅਟਵਾਲ, DSP D ਸੁਖਮਰਤ ਰੰਧਾਵਾ, ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ CIA ਪਟਿਆਲਾ ਅਤੇ CIA ਪਟਿਆਲਾ ਦੇ ਹੋਰ ਮੁਲਾਜ਼ਮ ਅਸੀਂ ਪਵਨ ਨਾਮ ਦੇ ਇਸ ਗੈਂਗਸਟਰ ਨੂੰ ਅਸੀਂ ਫੋਲੋ ਕਰ ਰਹੇ ਸੀ। ਸਾਨੂੰ ਇਨਫੋਰਮੇਸ਼ਨ ਸੀਗੀ ਕਿ ਇਹ ਇੱਕ ਅਪਰਾਧਿਕ ਬੰਦਾ ਆ, ਇਹਦੇ ਤੇ 5-7 ਮੁਕੱਦਮੇ ਦਰਜ ਨੇ ਤੇ ਇਹ ਮੱਧ ਪ੍ਰਦੇਸ਼ ਤੋਂ MP ਤੋਂ ਪਿਸਟਲਸ ਜਿਹੜੇ ਆ ਉਹ ਲੈ ਕੇ ਪਟਿਆਲੇ 'ਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ। ਇਸ ਪਵਨ ਨਾਮ ਦੇ ਵਿਅਕਤੀ ਦਾ SK ਖਰੋੜ ਗੈਂਗ ਨਾਲ ਲਿੰਕ ਸੀਗਾ। ਉਹਦੇ ਮੁਤਲਕ ਪਟਿਆਲੇ ਸ਼ਹਿਰ 'ਚ ਸਾਡੀਆਂ ਟੀਮਾਂ ਇੰਚਾਰਜ CIA ਦੀਆਂ ਨਿਕਲੀਆਂ ਹੋਈਆਂ ਸੀ। ਪਟਿਆਲਾ ਸੰਗਰੂਰ ਬਾਈਪਾਸ ਤੇ ਅਰਬਨ ਐਸਟੇਟ ਦੇ ਵੱਲੋਂ ਇਹਦੀ ਜਿਹੜੀ ਆ, ਜਦੋਂ ਇਹ ਬਰੇਜ਼ਾ ਗੱਡੀ 'ਚ ਇਹ ਗੈਂਗਸਟਰ ਆਉਂਦਾ ਆ ਉੱਥੇ, ਤੇ ਅਸੀਂ ਗੱਡੀ ਰੋਕ ਕੇ ਇਹਨੂੰ ਅਪੀਲ ਕੀਤੀ ਕਿ ਅਸੀਂ ਤੁਹਾਡੀ ਤਲਾਸ਼ੀ ਲੈਣੀ ਹੈ ਜ਼ਾਬਤੇ ਅਨੁਸਾਰ। ਇਹਨੇ ਤਲਾਸ਼ੀ ਤੇ ਕੀ ਦੇਣੀ ਸੀ, ਇਹਨੇ ਸਾਡੀ ਪੁਲਿਸ ਪਾਰਟੀ ਤੇ ਤਾਬੜਤੋੜ ਜਿਹੜੀ ਆ ਫਾਇਰਿੰਗ ਕੀਤੀ, 4 ਤੋਂ 5 ਰਾਉਂਡ। ਉਸ ਤੋਂ ਬਾਅਦ ਪਬਲਿਕ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਤੇ ਆਪਣੀ ਪੁਲਿਸ ਪਾਰਟੀ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਇੰਚਾਰਜ CIA ਪਟਿਆਲਾ ਦੀ ਅਗਵਾਈ 'ਚ ਟੀਮ ਨੇ ਜਵਾਬੀ ਫਾਇਰ ਕੀਤਾ ਤੇ ਉਸ ਜਵਾਬੀ ਫਾਇਰ 'ਚੋਂ ਇੱਕ ਗੋਲੀ ਜਿਹੜੀ ਆ ਇਸ ਪਵਨ ਨਾਮ ਦੇ ਗੈਂਗਸਟਰ ਦੀ ਲੱਤ 'ਚ ਵੱਜੀ। ਇਮੀਡੀਏਟਲੀ ਇਹਨੂੰ ਉੱਥੋਂ ਰਾਉਂਡ ਅਪ ਕਰਕੇ 2 ਪਿਸਟਲ ਇਹਦੇ ਤੋਂ ਰਿਕਵਰ ਹੋਏ। ਇੱਕ ਪਿਸਟਲ ਜਿਹਦੇ ਤੋਂ ਇਹਨੇ ਫਾਇਰ ਕੀਤੇ ਸੀ, ਦੂਜਾ ਲੋਡਡ ਪਿਸਟਲ ਜਿਹੜਾ ਬਰੇਜ਼ਾ ਗੱਡੀ 'ਚੋਂ ਬਰਾਮਦ ਹੋਇਆ। ਉਸ ਤੋਂ ਬਾਅਦ ਇਮੀਡੀਏਟਲੀ ਪੁਲਿਸ ਪਾਰਟੀ ਨੇ ਇਹਨੂੰ ਰਜਿੰਦਰਾ ਹਸਪੀਟਲ ਜਿਹੜਾ ਹੈ ਉਹ ਦਾਖਲ ਕਰਾਇਆ ਤੇ ਪਸਿਆਣੇ ਥਾਣੇ 'ਚ ਅਸੀਂ ਇਸ ਬੰਦੇ ਤੇ ਮੁਕੱਦਮਾ ਦਰਜ ਕੀਤਾ ਹੈ। ਇਸ ਬੰਦੇ ਦਾ ਕ੍ਰਿਮੀਨਲ ਪਿਛੋਕੜ ਹੈਗਾ ਅਟੈਂਪਟ ਟੂ ਮਰਡਰ ਦੇ, ਐਕਸਾਈਜ਼ ਐਕਟ ਦੇ, NDPS ਐਕਟ ਦੇ ਕਈ ਮੁਕੱਦਮੇ ਇਹਦੇ 'ਤੇ ਦਰਜ ਨੇ। ਤੇ ਮੇਰਾ ਸਾਰੇ ਸਮਾਜ ਵਿਰੋਧੀ ਅਨਸਰਾਂ ਨੂੰ ਮੇਰਾ ਸਖਤ ਸੰਦੇਸ਼ ਆ ਕਿ ਪਟਿਆਲਾ ਪੁਲਿਸ ਪੂਰਨ ਰੂਪ ਨਾਲ ਮੁਸਤੈਦ ਆ ਤੇ ਜੇ ਸਾਡੇ ਤੇ ਹਮਲਾ ਹੋਊਗਾ ਤੇ ਅਸੀਂ ਜ਼ਰੂਰ ਜਵਾਬੀ ਕਾਰਵਾਈ ਵੀ ਕਰਾਂਗੇ ਤਾਂ ਕਿ ਪਟਿਆਲਾ ਜ਼ਿਲ੍ਹੇ ਨੂੰ ਅਸੀਂ ਲਾਅ ਐਂਡ ਆਰਡਰ ਐਂਡ ਸੇਫਟੀ ਜਿਹੜੀ ਆ ਉਹ ਇਨਸ਼ੋਰ ਕਰ ਸਕੀਏ। ਲੁਧਿਆਣਾ ਦੇ ਪੁਰਾਣੇ ਬਾਜ਼ਾਰ ਸਥਿਤ ਸਰਕਾਰੀ ਸਕੂਲ 'ਚ ਰੱਖੇ ਗਏ ਸਮਾਗਮ ਦੌਰਾਨ ਪਹੁੰਚੇ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਨੇ ਮਿਡ ਡੇ ਮੀਲ ਦਾ ਖਾਣਾ ਖਾਣ ਤੋਂ ਬਾਅਦ ਬੱਚਿਆਂ ਨਾਲ ਸਮਾਂ ਬਿਤਾਇਆ ਅਤੇ ਮੈਨੇਜਮੈਂਟ ਨੂੰ ਭਰੋਸਾ ਦਿੱਤਾ ਕਿ ਸਕੂਲ ਦੀ ਨੁਹਾਰ ਜਲਦੀ ਬਦਲੀ ਜਾਵੇਗੀ। ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਇਸ ਸਕੂਲ ਦੇ ਵਿੱਚ ਆ ਕੇ ਸਮੱਸਿਆਵਾਂ ਨੂੰ ਸੁਣਿਆ ਗਿਆ ਹੈ ਅਤੇ ਕਿਹਾ ਕਿ ਸਕੂਲ ਨੂੰ ਜਲਦੀ ਅਪਗ੍ਰੇਡ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੱਪੀ ਨੇ ਕਿਹਾ ਕਿ ਇਸ ਸਬੰਧ ਵਿੱਚ ਮੁੱਖ ਮੰਤਰੀ ਕੋਲ ਵੀ ਗੱਲਬਾਤ ਕੀਤੀ ਜਾਵੇਗੀ ਅਤੇ ਸਕੂਲ ਦੀਆਂ ਮੁੱਢਲੀਆਂ ਸਹੂਲਤਾਂ ਬਾਰੇ ਜਾਣੂ ਕਰਵਾਇਆ ਜਾਵੇਗਾ। ਉਧਰ ਆਮ ਆਦਮੀ ਪਾਰਟੀ ਦੀ MLA ਨੇ ਕਿਹਾ ਕਿ ਅਸੀਂ ਆਪਣੇ ਕੰਮ ਦੇ ਧਿਆਨ ਦੇ ਰਹੇ ਹਾਂ। ਉਹਨਾਂ ਨੇ ਇਹ ਵੀ ਕਿਹਾ ਕਿ ਸਾਡਾ ਧਿਆਨ ਆਪਣੇ ਮਿਸ਼ਨ ਵੱਲ ਹੈ, ਅਸੀਂ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣੀਆਂ ਹਨ। ਇਸੇ ਦੇ ਨਾਲ ਪੁਰਾਣੀ ਸਰਕਾਰ ਉਤੇ ਤੰਜ ਕੱਸਦੇ ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਨੇ ਕੰਮ ਕੀਤੇ ਹੁੰਦੇ ਤਾਂ ਲੋਕ ਇਹਨਾਂ ਨੂੰ ਹਰਾਉਂਦੇ ਨਹੀਂ। ਉਹਨਾਂ ਨੇ ਕਿਹਾ ਕਿ 50,000 ਵੋਟਾਂ ਤੋਂ ਹਾਰਨ ਵਾਲੇ ਸਾਨੂੰ ਸਲਾਹ ਨਾ ਦੇਣ। ਇੱਥੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਕੰਮ ਕਰਕੇ ਵਿਖਾ ਰਹੇ ਹਾਂ, ਲੋਕਾਂ ਦਾ ਭਲਾ ਕਰ ਰਹੇ ਹਾਂ।
ਪੰਜਾਬ ਰੋਡਵੇਜ਼ ਪੀਆਰਟੀਸੀ ਪਨਬਸ ਕੰਟਰੈਕਟ ਵਰਕਰਾਂ ਮੁਲਾਜ਼ਮਾਂ ਨੇ ਬਰਨਾਲਾ ਵਿਖੇ ਦੁਪਹਿਰ 1 ਵਜੇ ਤੱਕ ਗੇਟ ਰੈਲੀ ਕਰਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ। ਕੱਚੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ਤੋਂ ਪਹਿਲਾਂ ਕਈ ਵੱਡੇ ਵਾਅਦੇ ਕੀਤੇ ਸਨ। ਪਾਰਟੀ ਸਾਰੇ ਵਾਅਦਿਆਂ ਤੋਂ ਪਿੱਛੇ ਹਟ ਗਈ ਹੈ। ਇਸ ਮੌਕੇ ਉੱਤੇ ਬੁਲਾਰਿਆਂ ਨੇ ਕਿਹਾ ਕਿ 19 ਦਸੰਬਰ ਨੂੰ ਚੀਫ ਸਕੱਤਰ ਨਾਲ ਯੂਨੀਅਨ ਆਗੂਆਂ ਦੀ ਹੋਈ ਮੀਟਿੰਗ ਵਿੱਚ ਕੁਝ ਹੱਕੀ ਮੰਗਾਂ ਮੰਨਣ ਦਾ ਭਰੋਸਾ ਦਿਵਾਇਆ ਗਿਆ ਸੀ, ਪਰ ਉਹ ਮੰਗਾਂ ਅਜੇ ਤੱਕ ਨਹੀਂ ਮੰਨੀਆਂ ਗਈਆਂ। ਇਹ ਸਰਕਾਰ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ, ਜਿਸ ਕਾਰਨ ਉਹਨਾਂ ਨੂੰ ਇਹ ਗੇਟ ਰੈਲੀਆਂ ਕਰਨ ਲਈ ਮਜਬੂਰ ਹੋਣਾ ਪਿਆ। ਜੇ ਅਜੇ ਵੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾ ਸਕਦਾ ਹੈ। 17 ਜਨਵਰੀ ਨੂੰ ਕੈਨੇਡਾ ਦੇ ਵਿੱਚ ਗਏ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਮਰਪ੍ਰੀਤ ਅਮਰੀ ਦਾ ਦੇਹਾਂਤ ਹੋ ਗਿਆ ਸੀ। ਦੱਸ ਦਈਏ, ਪਤਨੀ ਨਾਲ ਕੈਨੇਡਾ ਗਏ 1 ਮਹੀਨੇ ਹੀ ਹੋਇਆ ਸੀ ਕਿ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਮਰਪ੍ਰੀਤ ਅਮਰੀ ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਕਬੱਡੀ ਖਿਡਾਰੀ ਦੀ ਲਾਸ਼ ਜਿਹੜੀ ਹੈ ਹੁਣ ਕੈਨੇਡਾ ਦੇ ਵਿੱਚ ਪਈ ਹੈ, ਜਿਸ ਦਾ ਸੰਸਕਾਰ ਹੁਣ 26 ਫਰਵਰੀ ਨੂੰ ਕੀਤਾ ਜਾਵੇਗਾ। ਦੂਜੇ ਪਾਸੇ ਉਸਦੇ ਮਾਤਾ-ਪਿਤਾ ਕੋਲ ਆਪਣੇ ਬੇਟੇ ਦੇ ਸੰਸਕਾਰ ਵਿੱਚ ਸ਼ਾਮਲ ਹੋਣ ਦੀ ਅਤੇ ਲਾਸ਼ ਨੂੰ ਭਾਰਤ ਲਿਆਉਣ ਦੇ ਲਈ ਵਿੱਤੀ ਸਾਧਨ ਵੀ ਨਹੀਂ ਹਨ। ਅਮਰਪ੍ਰੀਤ ਦੇ ਮਾਤਾ-ਪਿਤਾ ਬਲਦੇਵ ਸਿੰਘ ਅਤੇ ਮਾਤਾ ਰਜਿੰਦਰ ਕੌਰ ਨੇ ਹੰਝੂ ਵਹਾਉਂਦਿਆਂ ਕਿਹਾ ਕਿ ਉਹਨਾਂ ਨੇ ਆਪਣੇ ਪੁੱਤਰ ਨੂੰ ਚੰਗੇ ਭਵਿੱਖ ਲਈ ਵਿਦੇਸ਼ ਭੇਜਣ ਲਈ ਲੱਖਾਂ ਰੁਪਏ ਦਾ ਨਿਵੇਸ਼ ਕੀਤਾ ਸੀ, ਇਸ ਲਈ ਉਹਨਾਂ ਨੂੰ ਆਪਣੀ ਜ਼ਮੀਨ ਤੱਕ ਵੇਚਣੀ ਪਈ। ਹੁਣ ਉਹਨਾਂ ਦੇ ਕੋਲ ਆਪਣੇ ਪੁੱਤਰ ਦਾ ਆਖਰੀ ਵਾਰ ਮੂੰਹ ਦੇਖਣ ਦੇ ਲਈ ਕੈਨੇਡਾ ਜਾਣ ਲਈ ਪੈਸੇ ਨਹੀਂ ਹਨ ਅਤੇ ਨਾ ਹੀ ਉਹ ਮ੍ਰਿਤਕ ਦੇਹ ਨੂੰ ਪਿੰਡ ਭੇਜ ਸਕਦਾ ਹੈ। ਦੱਸਣਯੋਗ ਹੈ ਕਿ ਅਮਰਪ੍ਰੀਤ ਅਮਰੀ 35 ਕਿਲੋ ਪਾਰ ਕਬੱਡੀ ਤੋਂ ਸ਼ੁਰੂ ਕਰਕੇ ਕਬੱਡੀ ਓਪਨ ਤੱਕ ਪਹੁੰਚਿਆ। ਉਹ ਆਜ਼ਾਦ ਅਕੈਡਮੀ ਕੱਲ ਕਲਾਂ ਲਈ ਵੀ ਖੇਡਿਆ ਅਤੇ ਇੱਕ ਵਾਰ ਵਿਦੇਸ਼ ਖੇਡਣ ਵੀ ਗਿਆ। ਬੱਚਿਆਂ ਨੂੰ ਸਿੱਖੀ ਦੇ ਸਰੂਪ ਨਾਲ ਜੋੜਨ ਲਈ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਛੋਟੇ ਬੱਚਿਆਂ ਨੂੰ ਦਸਤਾਰੇ ਅਤੇ ਪਟਕੇ ਦਿੱਤੇ ਗਏ। ਛੋਟੇ ਬੱਚਿਆਂ ਨੂੰ ਸਿੱਖੀ ਦੇ ਸਰੂਪ ਨਾਲ ਜੋੜਨ ਅਤੇ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਦੇਣ ਅਤੇ ਦਸਤਾਰ ਦੀ ਮਹੱਤਤਾ ਬਾਰੇ ਜਾਣਕਾਰੀ ਦੱਸਣ ਲਈ ਗੁਰਮੁਖ ਸੇਵਾ ਸੰਭਾਲ ਸੰਸਥਾ ਅਤੇ ਸਥਾਨਕ ਗੁਰਪੁਰਬ ਕਮੇਟੀ ਵੱਲੋਂ ਇੱਕ ਸਰਕਾਰੀ ਸਕੂਲ ਦੇ ਵਿੱਚ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਬੱਚਿਆਂ ਨੂੰ ਇਹ ਜਾਣਕਾਰੀ ਦਿੱਤੀ ਗਈ। ਉੱਥੇ ਬੱਚਿਆਂ ਨੂੰ ਦਸਤਾਰ ਵੀ ਦਿੱਤੀਆਂ ਗਈਆਂ, ਛੋਟੇ ਬੱਚਿਆਂ ਨੂੰ ਪਟਕੇ ਵੀ ਦਿੱਤੇ ਗਏ ਤਾਂ ਜੋ ਬੱਚਿਆਂ ਦੇ ਵਿੱਚ ਦਸਤਾਰ ਦੀ ਮਹੱਤਤਾ ਬਾਰੇ ਜਿਹੜੀ ਹੈ ਜਾਗਰੂਕਤਾ ਆ ਸਕਣ ਅਤੇ ਉਹ ਇਸ ਨੂੰ ਸਿੱਖ ਸਕਣ। ਚੰਡੀਗੜ੍ਹ ਸੀਬੀਆਈ ਨੇ ਚੰਡੀਗੜ੍ਹ ਦੇ ਸਾਬਕਾ ਐਸਐਸਪੀ ਅਤੇ ਜਲੰਧਰ ਦੇ ਪੁਲਿਸ ਕਮਿਸ਼ਨਰ ਸੀਪੀ ਕੁਲਦੀਪ ਸਿੰਘ ਚਾਹਲ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ। ਚੰਡੀਗੜ੍ਹ ਦੇ ਐਸਐਸਪੀ ਰਹਿੰਦਿਆਂ ਚਾਹਲ ਖਿਲਾਫ ਭ੍ਰਿਸ਼ਟਾਚਾਰ ਅਤੇ ਦੁਰਵਿਵਹਾਰ ਦੇ ਦੋਸ਼ਾਂ ਤਹਿਤ ਇਹ ਜਿਹੜੀ ਜਾਂਚ ਸ਼ੁਰੂ ਕੀਤੀ ਗਈ ਹੈ। ਦੱਸ ਦਈਏ ਕਿ ਚਾਹਲ ਨੂੰ ਚੰਡੀਗੜ੍ਹ ਵਿੱਚ 3 ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ 10 ਮਹੀਨੇ ਪਹਿਲਾਂ ਹੀ ਵਾਪਸ ਭੇਜ ਦਿੱਤਾ ਗਿਆ ਸੀ। ਹੁਣ ਚਾਹਲ ਉੱਤੇ ਲੱਗੇ ਜਿਹੜੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਖਿਲਾਫ ਜਿਹੜੀ ਸੀਬੀਆਈ ਜਾਂਚ ਜਾਰੀ ਹੈ। ਪਿਛਲੀ ਕਾਂਗਰਸ ਸਰਕਾਰ ਦੌਰਾਨ ਤਰਨਤਾਰਨ ਦੇ ਆਸ-ਪਾਸ ਦੇ ਇਲਾਕੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਕਈ ਲੋਕਾਂ ਦੀ ਮੌਤ ਹੋਣ ਦੇ ਰੋਸ ਵਿੱਚ ਤਰਨਤਾਰਨ ਜ਼ਿਲ੍ਹਾ ਡਿਪਟੀ ਕਮਿਸ਼ਨਰ ਕੰਪਲੈਕਸ ਗੇਟ ਅੱਗੇ ਅਣਮਿੱਥੇ ਸਮੇਂ ਵਾਸਤੇ ਆਮ ਪਾਰਟੀ ਦੇ ਲੀਡਰਸ਼ਿਪ ਵੱਲੋਂ ਧਰਨਾ ਦਿੱਤਾ ਗਿਆ। उस समय कुलतार सिंह संधवा स्पीकर विधानसभा पंजाब, कैबिनेट मंत्री गुरमीत हेयर, कैबिनेट मंत्री हरभजन सिंह ईटीओ, कैबिनेट मंत्री लालजीत सिंह भुल्लर ਅਤੇ ਵਿਧਾਇਕ ਤਰਨਤਾਰਨ ਡਾਕਟਰ ਕਸ਼ਮੀਰ ਸਿੰਘ ਸੋਹਲ, ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ ਆਪ ਪਾਰਟੀ ਦੇ ਆਗੂਆਂ ਖਿਲਾਫ ਤਰਨਤਾਰਨ ਥਾਣਾ ਸਦਰ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ। ਉਸ ਸੰਬੰਧੀ ਤਰਨਤਾਰਨ ਮਾਨਯੋਗ ਅਦਾਲਤ ਵਿੱਚ ਪੇਸ਼ ਹੋਏ ਅਤੇ ਅਗਲੀ ਤਰੀਕ 16 ਮਾਰਚ 2023 ਨੂੰ ਪੇਸ਼ ਹੋਣ ਦੇ ਜਿਹੜੇ ਆਦੇਸ਼ ਦਿੱਤੇ ਗਏ ਹਨ। ਗੁਰੂ ਸਾਹਿਬ ਦੀ ਕਿਰਪਾ ਹੋਈ ਵੀ ਆ, ਸਾਨੂੰ ਹਰ ਮਹੀਨੇ ਦਰਸ਼ਨ ਹੋ ਜਾਂਦੇ ਇੱਥੇ ਤੇ ਲੱਗੇ ਵੀ ਆ। ਵੈਸੇ ਉਹ ਜਿਹੜਾ ਕੇਸ ਚੱਲਦਾ ਸ਼ਰਾਬ ਦੇ ਨਾਲ ਸੈਂਕੜੇ ਇੱਥੇ ਜਾਨਾਂ ਚਲੇ ਗਏ ਸੀ, ਜਿਹੜੀ ਜ਼ਹਿਰੀਲੀ ਸ਼ਰਾਬ ਦੇ ਨਾਲ, ਉਹਦੇ ਖਿਲਾਫ ਕੋਈ ਐਕਸ਼ਨ ਨਹੀਂ ਹੋ ਰਿਹਾ ਸੀ ਤੇ ਉਦੋਂ ਧਰਨਾ ਦਿੱਤਾ ਗਿਆ ਸੀ ਕਾਂਗਰਸ ਦੀ ਸਰਕਾਰ ਵੇਲੇ। ਉਦੋਂ 2 ਪਰਚੇ ਗਲਤ ਦਰਜ ਕਰਤੇ ਸੀ। ਸੋ ਉਹ ਕੇਸ ਚੱਲ ਰਿਹਾ। ਜੋ ਜਦੋਂ ਵੀ ਤੁਹਾਨੂੰ ਜੱਜ ਸਾਹਿਬ ਬੁਲਾਉਂਦੇ ਅਸੀਂ ਇੱਥੇ ਹਾਜ਼ਰ ਹੁੰਦੇ ਹਾਂ। ਚੇਅਰਮੈਨ ਬਣੇ ਨੇ ਨਵੇਂ ਅਗਲੀ 16/3 ਸ਼ਾਇਦ 16/3 ਸਰ ਵੇਖਣ 'ਚ ਮਿਲਿਆ ਕਿ ਸ਼ਰਾਬ ਦੇ ਜਿਹੜੇ ਹੈਗੇ ਲੋਕ ਉਹਨਾਂ ਨੂੰ ਹਜੇ ਤੱਕ ਮੁਆਵਜ਼ਾ ਨਹੀਂ ਮਿਲਿਆ। ਮੁਆਵਜ਼ੇ ਵਾਸਤੇ ਵੀ ਸਰ ਹਜੇ ਆਪਣੀ ਕਰਨ ਦੇ ਸਟਰਗਲ ਕਰਨ ਦੇ ਆ, ਕਈਆਂ ਨੂੰ ਨੌਕਰੀਆਂ ਨਹੀਂ ਮਿਲੀਆਂ। ਉਹਨਾਂ ਦਾ ਕੀ ਕਹਿਣਾ, ਕੀ ਕਹੋਗੇ? ਇਹਦੇ ਬਾਰੇ ਸੰਬੰਧਿਤ ਮਹਿਕਮਿਆਂ ਦੇ ਮੰਤਰੀ ਤੁਹਾਨੂੰ ਮੰਤਰੀ ਸਾਹਿਬਾਨ ਜ਼ਿਆਦਾ ਦੱਸ ਸਕਦੇ।
ਅੱਜ ਚੇਅਰਮੈਨ ਦੀ ਤਾਜਪੋਸ਼ੀ ਕੀਤੀ ਗਈ ਆ ਉਸ ਕਰਕੇ ਆਏ ਜੇ ਜ਼ਿਲ੍ਹਾ ਪ੍ਰਧਾਨ ਕਹਿਣਾ ਚਾਹੁੰਦੇ ਬਹੁਤ ਬਹੁਤ ਵਧਾਈ ਸਾਡੇ ਵੀਰ ਨੂੰ, ਸਾਡੇ ਪ੍ਰਧਾਨ ਜੀ ਨੂੰ, ਬੜਵਾਲ ਸਾਹਿਬ ਨੂੰ, ਔਰ ਗੁਰੂ ਸਾਹਿਬ ਮਿਹਰ ਕਰਨ ਕਿ ਉਹ ਦਿਨ ਰਾਤ ਜਿਸ ਤਰ੍ਹਾਂ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ ਮਿਹਨਤ ਕਰਦੇ ਰਹੇ ਆ, ਹੁਣ ਵੀ ਲੋਕ ਸੇਵਾ 'ਚ ਲੱਗੇ ਰਹਿਣ, ਦਿਨ ਰਾਤ ਸੇਵਾ ਕਰਨ, ਨਿਸ਼ਕਾਮ ਹੋ ਕੇ ਸੇਵਾ ਕਰਨ, ਔਰ ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਬਖਸ਼ੇ, ਇਸ ਇਲਾਕੇ ਨੂੰ ਤੰਦਰੁਸਤੀ ਬਖਸ਼ੇ, ਔਰ ਇਸੇ ਤਰ੍ਹਾਂ ਤਰੱਕੀਆਂ ਮਿਲਦੀਆਂ ਰਹਿਣ। ਥੈਂਕ ਯੂ। ਸ਼ਹਿਰ ਦਾ ਵਿਗੜਦਾ ਲਾਅ ਐਂਡ ਆਰਡਰ ਲੋਕਾਂ ਦੇ ਦਿਲਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਦਾ ਜਾ ਰਿਹਾ ਹੈ। ਦੱਸ ਦਈਏ, ਜਲੰਧਰ ਸ਼ਹਿਰ ਦੇ ਵਿੱਚ ਦੁਪਹਿਰ ਦੇ ਸਮੇਂ ਸਲੇਮਪੁਰ ਮੁਸਲਮਾਨਾਂ ਅਤੇ ਆਸ-ਪਾਸ ਦੀਆਂ ਕਲੋਨੀਆਂ ਵਿੱਚ ਦਹਿਸ਼ਤ ਫੈਲ ਗਈ ਜਦੋਂ ਪਤਾ ਲੱਗਾ ਕਿ 2 ਲੁਟੇਰਿਆਂ ਨੇ ਗਨ ਪੁਆਇੰਟ ਤੇ ਮੋਟਰਸਾਈਕਲ ਲੁੱਟ ਲਿਆ ਅਤੇ ਹਵਾਈ ਫਾਇਰ ਕਰਦੇ ਹੋਏ ਮੌਕੇ ਤੇ ਫਰਾਰ ਹੋ ਗਏ। ਨਿਊ ਅੰਮ੍ਰਿਤ ਵਿਹਾਰ ਅਤੇ ਸਲੇਮਪੁਰ ਰੋਡ ਤੇ ਹੋਈ ਘਟਨਾ ਬਾਰੇ ਜਦੋਂ ਪੁਲਿਸ ਅਧਿਕਾਰੀਆਂ ਨੂੰ ਪਤਾ ਲੱਗਾ ਤੇ ਉਹ ਮੌਕੇ ਤੇ ਥਾਣਾ ਨੰਬਰ 8 ਤੇ CIA ਸਟਾਫ ਦੇ ਅਧਿਕਾਰੀ ਉਸ ਜਗ੍ਹਾ ਤੇ ਪੁੱਜੇ। ਟੀ ਪੁਆਇੰਟ ਤੇ ਹੋਈ ਮੋਟਰਸਾਈਕਲਾਂ ਦੀ ਆਪਸੀ ਟੱਕਰ ਤੋਂ ਬਾਅਦ ਇਹ ਸਾਰੀ ਘਟਨਾ ਹੋਈ ਸੀ। ਲੁਟੇਰਿਆਂ ਦੀ ਸਲੇਮਪੁਰ ਮੁਸਲਮਾਨਾਂ ਵਿੱਚ ਰਹਿੰਦੇ ਨੌਜਵਾਨ ਸੁਰਿੰਦਰ ਦੀ ਬਾਈਕ ਨਾਲ ਜਦੋਂ ਟੱਕਰ ਹੋਈ ਤਾਂ ਉਸ ਤੋਂ ਬਾਅਦ ਕਾਫੀ ਬਹਿਸਬਾਜ਼ੀ ਹੋਈ, ਜਿਸ ਤੋਂ ਬਾਅਦ ਲੁਟੇਰਿਆਂ ਨੇ ਭੱਜਦੇ ਹੋਏ ਲਗਭਗ 8 ਹਵਾਈ ਫਾਇਰ ਕੀਤੇ, ਪਰ ਮੌਕੇ ਤੇ ਪੁਲਿਸ ਨੂੰ ਗੋਲੀਆਂ ਦੇ 3 ਖੋਲੀ ਬਰਾਮਦ ਹੋਏ ਹਨ। ਪੰਜਾਬੀ ਸੰਗੀਤ ਜਗਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕਿਸਾਨ ਅੰਦੋਲਨ ਦੌਰਾਨ ਕਿਸਾਨ ਐਂਥਮ ਗਾਉਣ ਵਾਲੇ ਤੇ ਖਾਸ ਤੌਰ ਤੇ ਉਸ 'ਚ ਬਾਕੀ ਕਲਾਕਾਰਾਂ ਵਾਂਗ ਵੱਧ ਚੜ੍ਹ ਕੇ ਭੂਮਿਕਾ ਨਿਭਾਉਣ ਵਾਲੇ ਪੰਜਾਬੀ ਗਾਇਕ ਸ਼੍ਰੀ ਬਰਾੜ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਸ਼੍ਰੀ ਬਰਾੜ ਨੇ ਮਿਲ ਰਹੀਆਂ ਧਮਕੀਆਂ ਬਾਰੇ ਲਾਈਵ ਹੋ ਕੇ ਜਾਣਕਾਰੀ ਦਿੱਤੀ। ਇਸ ਦੌਰਾਨ ਉਹਨਾਂ ਨੂੰ ਕਈ ਸਿਆਸਤਦਾਨਾਂ ਤੇ ਵੀ ਇਲਜ਼ਾਮ ਲਗਾਏ। ਉਹਨਾਂ ਨੇ ਕਿਹਾ ਕਿ ਮੈਂ ਦੱਸ ਨਹੀਂ ਸਕਦਾ ਕਿ ਮੈਂ ਆਪਣੀ ਜ਼ਿੰਦਗੀ 'ਚ ਕੀ ਕੁਝ ਸਹਿ ਰਿਹਾ ਹਾਂ। ਕਿਸਾਨ ਅੰਦੋਲਨ ਦੌਰਾਨ ਬਹੁਤ ਕੁਝ ਦੇਖਿਆ ਤੇ ਕਈ ਗੁੰਡਿਆਂ ਦੇ ਫੋਨ ਆਉਂਦੇ ਹੁੰਦੇ ਸਨ ਅਤੇ ਸਿਆਸਤਦਾਨਾਂ ਤੋਂ ਧਮਕੀਆਂ ਮਿਲਦੀਆਂ ਸਨ। ਉਹਨਾਂ ਨੇ ਵੀ ਦੱਸਿਆ ਕਿ ਮੈਂ ਇਹਨਾਂ ਤੋਂ ਆਪਣਾ ਖਹਿੜਾ ਛੁਡਾਉਣ ਦੇ ਲਈ ਇਹਨਾਂ ਸਭ ਨੂੰ ਪੈਸੇ ਵੀ ਦਿੰਦਾ ਹਾਂ ਤੇ ਹੱਥ ਵੀ ਜੋੜ ਦਿੰਦਾ ਹਾਂ। ਪੰਜਾਬ ਦੇ ਹੱਕ 'ਚ ਬੋਲਣ ਦਾ ਸਿਲਾ ਇਹ ਹੈ ਕਿ 12 ਮਹੀਨੇ ਹੀ ਮੈਂ ਇਸ ਸਥਿਤੀ 'ਚ ਹੁੰਦਾ ਹਾਂ ਕਿ ਆਪਣੀ ਜੀਵਨ ਖਤਮ ਕਰ ਲਵਾਂ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੋਰ ਦੇਸ਼ ਵਿਦੇਸ਼ ਦੀ ਖਬਰਾਂ ਦੇ ਨਾਲ ਜੁੜਨ ਦੇ ਲਈ ਬਨੇ ਰਹੋ ਪੰਜਾਬ ਮੇਲ USA TV ਦੇ ਨਾਲ।